ਡਕੇ ਕਿਸਾਨ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ। ਜੱਟੀ ਡਕੇ ਕਿਸਾਨ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ। ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ, ਜਦੋਂ 8 ਸਾਲ ਤੋਂ 12 ਸਾਲ ਦੇ ਬੱਚੇ ਸੜਕਾਂ ਤੇ ਆ ਕੇ ਇਸ ਜ਼ਾਲਮ ਸਰਕਾਰ ਦੇ ਵਿਰੁੱਧ ਆ ਜਾਣ ਤੇ ਇਹ ਆਵਾਜ਼ ਦਬਣ ਵਾਲੀ ਤਾਂ ਹੈ ਨਹੀਂ। ਗੱਲ ਸਾਹਮਣੇ ਇਹ ਹੈ ਕਿ ਪੁਲਿਸ ਨੂੰ ਵੀ ਨੌਬਤ ਕਿਉਂ ਆਈ ਹੈ, ਕਿਉਂਕਿ ਜਦ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਨੇ ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਰੱਖਣ ਵਾਸਤੇ ਕਿਤੇ ਨਾ ਕਿਤੇ ਪੁਲਿਸ ਨੂੰ ਤਾਂ ਸਖਤੀ ਕਰਨੀ ਪਏਗੀ। ਇਹਨੂੰ ਕਿਵੇਂ ਦੇਖਦੇ ਹੋ ਕਿ ਉਹ ਕੌਣ ਨੇ ਜਿਹੜੇ ਬੰਦੇ ਇਦਾਂ ਦੀ ਸ਼ਰਾਰਤਾਂ ਕਰਦੇ ਨੇ ਜਿਨ੍ਹਾਂ ਨੇ ਸ਼ੀਸ਼ੇ ਭੰਨੇ ਨੇ? ਭਾਵੇਂ ਕੋਈ ਭਾਜਪਾ ਦਾ ਨੇਤਾ ਹੋਵੇ ਜਾਂ ਕੋਈ ਪੁਲਿਸ ਪ੍ਰਸ਼ਾਸਨ ਦਾ ਵੱਡਾ ਅਫਸਰ ਹੋਵੇ, ਉਹਨਾਂ ਤੇ ਹਮਲੇ ਵਿਰੋਧ ਕਰਨਾ ਦੇਖੋ ਹਰ ਇੱਕ ਦਾ ਹੱਕ ਹੈ। ਤੇ ਕਿਸੇ ਤੇ ਹਮਲਾ ਕਰਨਾ, ਰੋੜੇ ਪੱਥਰ ਚਲਾਉਣੇ ਜਾਂ ਸ਼ੀਸ਼ੇ ਭੰਨਣੇ ਜਾਂ ਕਿਸੇ ਤੇ ਹੱਥ ਪਾ ਲੈਣਾ, ਇਹ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਲੋੜ ਨਹੀਂ ਕਿਸੇ ਨੂੰ ਵੀ। ਰੋਡ ਜਾਮ ਕੀਤਾ, ਹੁਣ ਫੈਸਲਾ ਕੀ ਹੋਇਆ? ਇੱਕ ਪਾਸੇ ਪੁਲਿਸ ਹੈ, ਇੱਕ ਪਾਸੇ ਕਿਸਾਨ ਹੈ, ਹੁਣ ਆਮੋ ਸਾਹਮਣੇ ਹੋਏ ਪਏ ਨੇ, ਮਾਮਲਾ ਭਖਿਆ ਹੋਇਆ। ਪੂਰਾ ਮਾਮਲਾ ਕੀ ਹੈ, ਹੁਣ ਕੀ ਨਿਕਲਿਆ ਨਤੀਜਾ? ਸਾਡੀਆਂ ਇਹ ਮੰਗਾਂ ਨਾ ਮੰਨੀਆਂ, ਇਹ ਤਾਂ ਸਿਰਫ ਸਾਡਾ ਘੰਟੇ ਦਾ ਅਸੀਂ ਇੱਕ ਛੋਟਾ ਜਿਹਾ ਪ੍ਰਦਰਸ਼ਨ ਕੀਤਾ ਏ, ਬੰਦ ਕਰਕੇ ਇੱਕ ਝਟਕਾ ਜਿਹਾ ਦਿਖਾਇਆ ਏ। ਜੇ ਸਾਡੇ ਸਾਥੀਆਂ ਤੇ ਕਿਸੇ ਤੇ ਹੁਣ ਤੋਂ ਬਾਅਦ ਕੋਈ ਕਾਰਵਾਈ ਹੋਈ ਜਾਂ ਕਿਸੇ ਨੂੰ ਹੋਰ ਨੂੰ ਗ੍ਰਿਫਤਾਰ ਕੀਤਾ ਜਾਂ ਕਿਸੇ ਨੇ ਝੂਠੇ ਪਰਚੇ ਦਰਜ ਜਿਹੜੇ ਕੀਤੇ ਨੇ ਕੈਂਸਲ ਨਾ ਕੀਤੇ, ਫਿਰ ਸਾਨੂੰ ਮਜਬੂਰਨ ਹੋ ਕੇ ਦੁਬਾਰਾ ਫਿਰ ਕੋਈ ਵੱਡਾ ਸੰਘਰਸ਼ ਉਲੀਕਣਾ ਪਵੇਗਾ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ। ਚੰਡੀਗੜ੍ਹ ਦੇ ਵਿੱਚ ਜੋ ਬੀਜੇਪੀ ਦਾ ਵਿਰੋਧ ਕਿਸਾਨਾਂ ਨੇ ਕੀਤਾ ਸੀ, ਉਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਪੁਲਿਸ ਵੱਲੋਂ ਜਿਹੜੀ ਲਾਠੀ ਚਾਰਜ ਕੀਤੀ ਗਈ ਸੀ, ਦੂਜੇ ਪਾਸੇ ਕਈ ਨੌਜਵਾਨਾਂ ਨੂੰ ਪੁਲਿਸ ਸਟੇਸ਼ਨਾਂ ਦੇ ਵਿੱਚ ਵੀ ਡੱਕਿਆ ਗਿਆ ਸੀ। 12 ਸਾਲ ਦਾ ਇੱਕ ਬੱਚਾ ਜਿਹੜਾ ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ, ਜਿਸ ਨੂੰ ਲੈ ਕੇ ਕਾਫੀ ਦੇਰ ਤੋਂ ਪੁਲਿਸ ਦੇ ਖਿਲਾਫ ਜਿਹੜੇ ਕਿਸਾਨ ਨੇ ਨਾਅਰੇਬਾਜ਼ੀ ਕਰ ਰਹੇ ਸੀ। ਤੇ ਅੱਜ ਦੀ ਕਾਲ ਜਿਹੜੀ ਦਿੱਤੀ ਹੋਈ ਸੀ, ਚੇਤਾਵਨੀ ਦਿੱਤੀ ਸੀਗੀ, ਜੇ ਕਿਸਾਨਾਂ ਦੇ ਉੱਤੇ ਕੀਤੇ ਹੋਏ ਪਰਚੇ ਰੱਦ ਨਾ ਹੋਏ ਜਾਂ ਫਿਰ ਜਿਹੜੇ ਅਰੈਸਟ ਕੀਤੇ ਹੋਏ ਨੇ ਰਿਹਾ ਨਾ ਹੋਏ ਤਾਂ ਮੁੱਲਾਂ ਪਰ ਬੈਰੀਅਰ ਰੋਡ ਜਾਮ ਕਰਾਂਗੇ। ਤੇ ਕਿਸਾਨ ਦਿੱਤੀ ਹੋਈ ਕਾਲ ਤੇ ਮੌਕੇ ਤੇ ਪਹੁੰਚ ਗਏ ਨੇ, ਪੂਰਾ ਰੋਡ ਜਾਮ ਕਰ ਦਿੱਤਾ। ਇੱਕ ਪਾਸੇ ਭਾਰੀ ਪੁਲਿਸ ਫੋਰਸ ਹੈ, ਦੂਜੇ ਪਾਸੇ ਕਿਸਾਨ ਨੇ। ਤੇ ਗੱਲਬਾਤ ਕਰਦੇ ਹਾਂ ਕਿ ਕੀ ਗੱਲਬਾਤ ਹੋਈ ਹੈ। ਸੁੱਖਾ ਜੀ, ਪਹਿਲਾ ਮਾਮਲਾ ਕੀ ਸੀ, ਇਹ ਨੌਬਤ ਕਿਉਂ ਆਈ ਹੈ ਰੋਡ ਜਾਮ ਕਰਨ ਦੀ? ਸਰ ਜੀ, ਰੋਡ ਜਾਮ ਕਰਨ ਦੀ ਨੌਬਤ ਤਾਂ ਆਈ ਹੈ, ਪਿਛਲੇ ਦਿਨੀ ਆਪਣਾ ਭਾਜਪਾ ਦੇ ਇੱਕ ਨੇਤਾ ਦਾ 48 ਸੈਕਟਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਕਾਲੇ ਝੰਡੇ ਲੈ ਕੇ। ਸੋ ਵਿਰੋਧ ਜਿਹੜਾ ਤੁਹਾਨੂੰ ਖੁਦ ਪਤਾ ਹੈ ਕਿ 8-9 ਮਹੀਨੇ ਤੋਂ ਕਿਸਾਨ ਦਿੱਲੀ ਸਿੰਘੂ ਬਾਰਡਰ ਤੇ ਬੈਠੇ ਹੈ। ਸੋ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਬੈਠੇ ਹੈ। ਸੋ ਉਹਨਾਂ ਨੂੰ ਦੁਬਾਰਾ ਇਹਨਾਂ ਲੀਡਰਾਂ ਨੂੰ ਤਾਂ ਘਿਰਾਓ ਕੀਤਾ ਜਾਂਦਾ ਕਿ ਆਪਣੇ ਉੱਪਰ ਹਾਈ ਕਮਾਂਡ ਦੇ ਨਾਲ ਗੱਲ ਕਰਨ, ਜਿਹੜਾ ਕਿਸਾਨੀ ਮਸਲਾ ਨੂੰ ਹੱਲ ਕਰਾਉਣ। ਹੋਰ ਸਾਡਾ ਕੋਈ ਇਹਨਾਂ ਦੇ ਨਾਲ ਕੋਈ ਨਿੱਜੀ ਕੋਈ ਵਿਤਕਰਾ ਨਹੀਂ ਹੈਗਾ, ਕੋਈ ਨਿੱਜੀ ਸਾਡੀ ਰੰਜਿਸ਼ ਨਹੀਂ ਇਹਨਾਂ ਨਾਲ ਹੈਗੀ। ਸੋ ਸਾਡੇ ਭਰਾ ਨੇ ਭਾਜਪਾ ਵਾਲੇ ਵੀ। ਸੋ ਅਸੀਂ ਭਾਜਪਾ ਵਾਲੇ ਵੀਰਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਅੱਜ ਵੀ ਕਿ ਤੁਸੀਂ ਆਪਣੇ ਸਾਰੇ ਲੀਡਰ ਸਾਹਿਬਾਨ ਜਿਹੜੇ ਪੰਜਾਬ ਦੇ ਨੇ, ਭਾਵੇਂ ਚੰਡੀਗੜ੍ਹ ਦੇ ਯੂਟੀ ਦੇ ਨੇ, ਤੁਸੀਂ ਸਾਰੇ ਆਪਣੀ ਜਿਹੜੀ ਤੁਹਾਡੀ ਸੈਂਟਰ ਦੀ ਲੀਡਰਸ਼ਿਪ ਹੈ ਉਹਦੇ ਨਾਲ ਗੱਲ ਕਰਕੇ ਜਿਹੜਾ ਕਿਸਾਨਾਂ ਦਾ ਇਹ ਬਹੁਤ ਚਿਰ ਤੋਂ ਲਟਕਦਾ, ਲੰਬੇ ਸਮੇਂ ਤੋਂ ਲਟਕਦਾ ਸਮੱਸਿਆ ਆ ਰਹੀ ਹੈ ਤਿੰਨੇ ਕਾਲੇ ਕਾਨੂੰਨਾਂ ਦੀ, ਉਹਨਾਂ ਨੂੰ ਰੱਦ ਕਰਾ ਕੇ ਕਿਸਾਨਾਂ ਨੂੰ ਨਜਾਇਜ਼ ਦਿੱਤੀ ਜਾਵੇ। ਤੇ ਸਾਨੂੰ ਵੀ ਸੜਕਾਂ ਤੇ ਭੜਕਣ ਲਈ ਮਜਬੂਰ ਨਾ ਕਰੋ। ਸਾਨੂੰ ਕੋਈ ਜੀ ਨਹੀਂ ਕਰਦਾ ਕਿ ਅਸੀਂ ਭਾਜਪਾ ਵਾਲੇ ਨੇਤਾਵਾਂ ਦਾ ਵਿਰੋਧ ਕਰੀਏ, ਉਹਨਾਂ ਦੇ ਗੱਲ ਕਿਸੇ ਤਰ੍ਹਾਂ ਦਾ ਗਲਤ ਲਫ਼ਜ਼ ਬੋਲੀਏ ਜਾਂ ਕੁਝ ਵੀ ਕਹੀਏ। ਅਸੀਂ ਮਜਬੂਰ ਹੈ। ਸੋ ਉਸ ਟਾਈਮ ਉੱਥੇ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ, ਪਰੰਤੂ ਪੁਲਿਸ ਪ੍ਰਸ਼ਾਸਨ ਨੇ ਸਾਡੇ ਨੌਜਵਾਨਾਂ ਤੇ ਕਿਸਾਨਾਂ ਤੇ ਝੂਠੇ ਪਰਚੇ ਸਾਨੂੰ ਪਤਾ ਲੱਗਿਆ ਕਿ 28 ਤੋਂ 29 ਬੰਦਿਆਂ ਤੇ FIR ਦਰਜ ਕੀਤੀ ਗਈ ਹੈ। 3 ਕਿਸਾਨ ਆਗੂ ਸਾਡੇ ਅਰੈਸਟ ਵੀ ਕੀਤੇ ਗਏ ਨੇ ਤੇ ਜਿਨ੍ਹਾਂ ਵਿੱਚੋਂ ਇੱਕ 12 ਸਾਲ ਦਾ ਬੱਚਾ ਵੀ ਪਾਇਆ ਗਿਆ। ਤੁਸੀਂ ਇਹ ਦੇਖੋ, ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ, ਜਦੋਂ 8 ਸਾਲ ਤੋਂ 12 ਸਾਲ ਦੇ ਬੱਚੇ ਸੜਕਾਂ ਤੇ ਆ ਕੇ ਇਸ ਜ਼ਾਲਮ ਸਰਕਾਰ ਦੇ ਵਿਰੁੱਧ ਆ ਜਾਣ ਤੇ ਇਹ ਆਵਾਜ਼ ਦਬਣ ਵਾਲੀ ਤਾਂ ਹੈ ਨਹੀਂ। ਸੋ ਇਹ ਸੋਚਣ ਲਈ ਮਜਬੂਰ ਹੋਣਾ ਚਾਹੀਦਾ, ਸਰਕਾਰ ਨੂੰ ਸੋਚਣਾ ਚਾਹੀਦਾ ਜਲਦੀ ਕਿ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਜਿਹੜਾ ਇਹ ਭਾਜਪਾ ਸਰਕਾਰ ਦਾ ਵਿਰੋਧ ਹੋ ਰਿਹਾ ਇਹਨੂੰ ਠੱਲ ਪਾਈ ਜਾਵੇ, ਬੰਦ ਕਰਿਆ ਜਾਵੇ। ਸੋ ਸਾਨੂੰ ਕੋਈ ਚੌ ਨਹੀਂ ਹੈਗਾ। ਅੱਜ ਵੀ ਅਸੀਂ ਉਹਨਾਂ ਜਿਹੜੇ ਸਾਡੇ ਕਿਸਾਨ ਸੀ। ਸੁੱਖਾ ਜੀ, ਗੱਲ ਸਾਹਮਣੇ ਇਹ ਹੈ ਕਿ ਪੁਲਿਸ ਨੂੰ ਵੀ ਨੌਬਤ ਕਿਉਂ ਆਈ ਹੈ, ਕਿਉਂਕਿ ਜਦ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਨੇ ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਰੱਖਣ ਵਾਸਤੇ ਕਿਤੇ ਨਾ ਕਿਤੇ ਪੁਲਿਸ ਨੂੰ ਤਾਂ ਸਖਤੀ ਕਰਨੀ ਪਏਗੀ। ਇਹਨੂੰ ਕਿਵੇਂ ਦੇਖਦੇ ਹੋ ਕਿ ਉਹ ਕੌਣ ਨੇ ਜਿਹੜੇ ਬੰਦੇ ਇਦਾਂ ਦੀ ਸ਼ਰਾਰਤਾਂ ਕਰਦੇ ਨੇ ਜਿਨ੍ਹਾਂ ਨੇ ਸ਼ੀਸ਼ੇ ਭੰਨੇ ਨੇ? ਫਿਰ ਦੇਖੋ ਜੀ, ਇਹ ਬਿਲਕੁਲ ਗਲਤ ਗੱਲ ਹੈ, ਅਸੀਂ ਨਿੰਦਾ ਕਰਦੇ। ਭਾਵੇਂ ਕੋਈ ਭਾਜਪਾ ਦਾ ਨੇਤਾ ਹੋਵੇ ਜਾਂ ਕੋਈ ਪੁਲਿਸ ਪ੍ਰਸ਼ਾਸਨ ਦਾ ਵੱਡਾ ਅਫਸਰ ਹੋਵੇ, ਉਹਨਾਂ ਤੇ ਹਮਲੇ ਵਿਰੋਧ ਕਰਨਾ ਦੇਖੋ ਹਰ ਇੱਕ ਦਾ ਹੱਕ ਹੈ। ਤੇ ਕਿਸੇ ਤੇ ਹਮਲਾ ਕਰਨਾ, ਰੋੜੇ ਪੱਥਰ ਚਲਾਉਣੇ ਜਾਂ ਸ਼ੀਸ਼ੇ ਭੰਨਣੇ ਜਾਂ ਕਿਸੇ ਤੇ ਹੱਥ ਪਾ ਲੈਣਾ, ਇਹ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਲੋੜ ਨਹੀਂ ਕਿਸੇ ਨੂੰ ਵੀ।
ਤੇ ਨਾ ਹੀ ਸੰਯੁਕਤ ਮੋਰਚੇ ਨੇ ਸਾਨੂੰ ਕਿਸੇ ਨੇ ਕਿਹਾ ਹੈ ਵੀ ਇਹੋ ਜਿਹਾ ਕੰਮ ਕਰੋ। ਵਿਰੋਧ ਦਰਜ ਕਰਾਉਣਾ ਹੈ, ਰੋਸ ਦਰਜ ਕਰਾਉਣਾ ਹੈ, ਇਹ ਸਾਡਾ ਹੱਕ ਹੈ, ਇਹਨੂੰ ਕੋਈ ਨਹੀਂ ਰੋਕਦਾ, ਸਾਡਾ ਰਾਈਟ ਹੈ ਇਹ। ਸੋ ਇਹਦੀ ਅਸੀਂ ਵੀ ਨਿੰਦਿਆ ਕਰਦੇ ਹਾਂ। ਸੋ ਕਈ ਵਿੱਚ ਜਦੋਂ ਐਡਾ ਬੜਾ ਇਕੱਠ ਹੁੰਦਾ ਹੈ ਉਹ ਵਿੱਚ ਕੁਝ ਸ਼ਰਾਰਤੀ ਅੰਸਰ ਵੀ ਆ ਜਾਂਦੇ ਨੇ ਜਿਹੜੇ ਨੇ ਕਿ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨਾ ਹੁੰਦਾ। ਇਹਨਾਂ ਲੋਕਾਂ ਦੇ ਉੱਤੇ ਪਰਚੇ ਕਰਾ ਕੇ ਲੋਕਾਂ ਨੂੰ ਡਰਾਉਣ ਵਾਸਤੇ ਇਹੋ ਜਿਹੇ ਲੋਕ ਵਿੱਚ ਆ ਜਾਂਦੇ ਨੇ ਜਿਹੜੇ ਇਹ ਹਮਲਾ ਕਰਦੇ ਨੇ। ਪਰ ਇਹ ਬਿਲਕੁਲ ਗਲਤ ਹੈ। ਕਿਸੇ ਵੀ ਨੇਤਾ ਤੇ ਜਾਂ ਭਾਜਪਾ ਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਹੋਵੇ, ਜਾਂ ਕੋਈ ਪੁਲਿਸ ਪ੍ਰਸ਼ਾਸਨ ਦਾ ਵੱਡਾ ਅਫਸਰ ਹੋਵੇ, ਕਿਸੇ ਤੇ ਹਮਲਾ ਕਰਨਾ, ਉਹਨਾਂ ਤੇ ਹੱਥ ਪਾਉਣਾ, ਉਹਨਾਂ ਦੇ ਲਈ ਕੋਈ ਜਾਨ ਮਾਲ ਨੂੰ ਨੁਕਸਾਨ ਪਹੁੰਚਾਉਣਾ, ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਇਹਦਾ ਵੀ ਬਿਲਕੁਲ ਅਸੀਂ ਵਿਰੋਧ ਕਰਦੇ ਹਾਂ। ਤੁਸੀਂ ਰੋਡ ਜਾਮ ਕੀਤਾ, ਹੁਣ ਫੈਸਲਾ ਕੀ ਹੋਇਆ? ਇੱਕ ਪਾਸੇ ਪੁਲਿਸ ਹੈ, ਇੱਕ ਪਾਸੇ ਕਿਸਾਨ ਹੈ, ਹੁਣ ਆਮੋ ਸਾਹਮਣੇ ਹੋਏ ਪਏ ਨੇ, ਮਾਮਲਾ ਭਖਿਆ ਹੋਇਆ, ਪੂਰਾ ਮਾਮਲਾ ਕੀ ਹੈ, ਹੁਣ ਕੀ ਨਿਕਲਿਆ ਨਤੀਜਾ? ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ, ਆਪਣੇ ਉੱਚ ਅਧਿਕਾਰੀ ਲਿਆ ਕੇ ਉਹ ਐਸਡੀਐਮ ਸਾਹਿਬ ਆਏ ਸੀ ਚੰਡੀਗੜ੍ਹ ਤੋਂ। ਉਹਨਾਂ ਨੇ ਅਸੀਂ ਇੱਕ ਮੈਮੋਰੰਡਮ ਦਿੱਤਾ ਹੈ, ਆਪਣਾ ਇੱਕ ਮੰਗ ਪੱਤਰ ਦਿੱਤਾ ਹੈ, ਜਿਹੜਾ ਕਿ ਅਸੀਂ ਗਵਰਨਰ ਸਾਹਿਬ ਨੂੰ ਚੰਡੀਗੜ੍ਹ ਨੂੰ ਤੇ ਡੀਸੀ ਸਾਹਿਬ ਨੂੰ ਤੇ ਐਸਐਸਪੀ ਚਾਹਲ ਸਾਹਿਬ ਚੰਡੀਗੜ੍ਹ ਨੂੰ ਉਹ ਮੈਮੋਰੰਡਮ ਦਿੱਤਾ ਹੈ। ਸਾਡੀ ਮੰਗ ਹੈ ਕਿ ਸਾਡੇ ਜਿਹੜੇ ਸਾਥੀ ਗ੍ਰਿਫਤਾਰ ਨੇ ਉਹਨਾਂ ਨੂੰ ਜਲਦੀ ਜਲਦੀ ਰਿਹਾ ਕੀਤਾ ਜਾਵੇ। ਤੋਂ ਜਿਹੜੇ 27 ਤੋਂ 28 ਸਾਡੇ ਕਿਸਾਨਾਂ ਤੇ ਝੂਠੀਆਂ ਐਫਆਈਆਰ ਦਰਜ ਕੀਤੀਆਂ ਨੇ ਉਹ ਕੈਂਸਲ ਕੀਤੀਆਂ ਜਾਣ। ਜਿਹੜੀ ਥਾਂ ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਵਹੀਕਲ ਜ਼ਬਤ ਕਰਨ ਵਾਸਤੇ, ਜਾਂ ਜਿਹੜੇ ਕਿਸਾਨਾਂ ਨੇ ਉਸ ਟਾਈਮ ਸੰਘਰਸ਼ ਵਿੱਚ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਫਿਰਦੀ ਪੁਲਿਸ, ਉਹਨਾਂ ਨੂੰ ਥਾਂ ਠੱਲ ਪਾਈ ਜਾਵੇ, ਰੋਕਿਆ ਜਾਵੇ। ਉਹਦੇ ਬਾਬਤ ਅਸੀਂ ਇਹ ਧਰਨਾ ਲਾਇਆ ਸੀ। ਅੱਜ ਰੋਸ ਪ੍ਰਦਰਸ਼ਨ ਸੀ ਸਾਡਾ। ਅਸੀਂ ਸਰਕਾਰ ਨੂੰ ਚੇਤਾਵਨੀ ਦੇਣ ਆਏ ਸੀ, ਸੈਂਟਰ ਸਰਕਾਰ ਨੂੰ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ, ਕਿ ਜੇ ਉਹਨਾਂ ਸਾਡੀਆਂ ਇਹ ਮੰਗਾਂ ਨਾ ਮੰਨੀਆਂ, ਇਹ ਤਾਂ ਸਿਰਫ ਸਾਡਾ ਘੰਟੇ ਦਾ ਅਸੀਂ ਇੱਕ ਛੋਟਾ ਜਿਹਾ ਪ੍ਰਦਰਸ਼ਨ ਕੀਤਾ ਏ, ਬੰਦ ਕਰਕੇ ਇੱਕ ਝਟਕਾ ਜਿਹਾ ਦਿਖਾਇਆ ਏ। ਜੇ ਸਾਡੇ ਸਾਥੀਆਂ ਤੇ ਕਿਸੇ ਤੇ ਹੁਣ ਤੋਂ ਬਾਅਦ ਕੋਈ ਕਾਰਵਾਈ ਹੋਈ ਜਾਂ ਕਿਸੇ ਨੂੰ ਹੋਰ ਨੂੰ ਗ੍ਰਿਫਤਾਰ ਕੀਤਾ ਜਾਂ ਕਿਸਾਨਾਂ ਦੇ ਝੂਠੇ ਪਰਚੇ ਦਰਜ ਜਿਹੜੇ ਕੀਤੇ ਮੈਂ ਕੈਂਸਲ ਨਾ ਕੀਤੇ, ਫਿਰ ਸਾਨੂੰ ਮਜਬੂਰਨ ਹੋ ਕੇ ਦੁਬਾਰਾ ਫਿਰ ਕੋਈ ਵੱਡਾ ਸੰਘਰਸ਼ ਉਲੀਕਣਾ ਪਵੇਗਾ। ਹੁਣ ਬਿਲਕੁਲ ਸਾਨੂੰ ਪ੍ਰਸ਼ਾਸਨ ਨੇ ਮੋਹਾਲੀ ਤੋਂ ਵੀ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਕਿ ਤੁਹਾਡੇ ਹੁਣ ਤੋਂ ਬਾਅਦ ਕਿਸੇ ਸਾਥੀ ਤੇ ਵੀ ਗ੍ਰਿਫਤਾਰੀ ਨਹੀਂ ਹੋਊਗੀ, ਕੋਈ ਤੁਹਾਡਾ ਵਹੀਕਲ ਜ਼ਬਤ ਨਹੀਂ ਕੀਤਾ ਜਾਊਗਾ। ਜੋ ਤੁਹਾਡੀਆਂ ਮੰਗਾਂ ਸਾਡੇ ਮਨਜ਼ੂਰ ਕਰ ਲਈਆਂ ਨੇ। ਸੋ ਬਾਕੀ ਦੇਖਦੇ ਜੇ ਪ੍ਰਸ਼ਾਸਨ ਤੋਂ ਬਾਅਦ ਵੀ ਕੋਈ ਕਾਰਵਾਈ ਕਰਦੀ ਹੈ ਕਿਸਾਨਾਂ ਤੇ ਜਾਂ ਗ੍ਰਿਫਤਾਰ ਕਰਦੀ ਹੈ, ਫਿਰ ਅਗਲਾ ਸੰਘਰਸ਼ ਕੀ ਹੈ ਤੁਹਾਡੀ ਜਥੇਬੰਦੀਆਂ ਦਾ? ਸਾਡਾ ਦੇਖੋ ਜੀ, ਅਸੀਂ ਜਿੰਨੇ ਵੀ ਚੰਡੀਗੜ੍ਹ ਦੇ ਰਸਤੇ ਨੇ, ਹਾਲ ਤਾਂ ਸਿਰਫ 2 ਰਸਤੇ ਬੰਦ ਕੀਤੇ ਹੈ। ਇੱਕ ਇਹ ਆਪਣਾ ਮੁੱਲਾਂਪੁਰ ਬੈਰੀਅਰ ਤੇ ਦੂਜਾ ਸਾਡਾ ਜੀਰਕਪੁਰ ਬੈਰੀਅਰ। ਅਸੀਂ ਚੰਡੀਗੜ੍ਹ ਦਾ ਪੂਰਾ ਟੋਟਲ ਇਲਾਕਾ ਸੀਲ ਕਰ ਦਿਆਂਗੇ। ਚੰਡੀਗੜ੍ਹ ਨੂੰ ਮੈਂ ਕਹਿੰਦਾ ਵੀ ਹਵਾ ਪਾਣੀ ਸਭ ਬੰਦ ਕਰ ਦਿਆਂਗੇ। ਜੇ ਜਿਹੜੀ ਗੱਲ ਨੂੰ ਪ੍ਰਸ਼ਾਸਨ ਮੰਨਿਆ ਉਹਦੇ ਸਿਰੇ ਨਾ ਚੜਿਆ, ਫਿਰ ਅਸੀਂ ਕੋਈ ਕਾਰਵਾਈ ਦੁਬਾਰਾ ਲੀਕਾਂਗੇ। ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਬਿਲਕੁਲ ਤੁਹਾਡੀਆਂ ਮੰਗਾਂ ਮੰਨ ਲਿੱਤੀਆਂ ਗਈਆਂ ਨੇ। ਸੋ ਇਸ ਕਰਕੇ ਅਸੀਂ ਆਪਣਾ ਧਰਨਾ ਇਸ ਟਾਈਮ ਖਤਮ ਕਰਨ ਲੱਗੇ, ਸਮਾਪਤ ਕਰ ਦਿੱਤਾ ਸੀ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਕਿ ਅੱਜ ਕਿਸਾਨਾਂ ਜਿਹੜੀ ਕਾਲ ਦਿੱਤੀ ਹੋਈ ਸੀ ਕਿ 12 ਵਜੇ ਤੱਕ ਜੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਸਾਡੇ ਜਿਹੜੇ ਕਿਸਾਨ ਨੇ ਨਾ ਛੱਡੇ ਜਾਂ ਫਿਰ ਦੂਜੇ ਪਾਸੇ ਜਿਹੜੇ ਪਰਚੇ ਕੀਤੇ ਹੋਏ ਨੇ ਉਹ ਰੱਦ ਨਾ ਕੀਤੇ, ਤਾਂ ਮੁੱਲਾਂਪੁਰ ਬੈਰੀਅਰ ਰੋਡ ਪੂਰਨ ਤੌਰ ਤੇ ਜਾਮ ਕਰ ਦਾਂਗੇ। ਜਦੋਂ ਇਸ ਦੀ ਭਣਕ ਪੁਲਿਸ ਨੂੰ ਲੱਗੀ ਹੈ, ਪੰਜਾਬ ਪੁਲਿਸ ਚਾਹੇ ਚੰਡੀਗੜ੍ਹ ਪੁਲਿਸ ਨੂੰ, ਤਾਂ ਮੌਕੇ ਤੇ ਹਜ਼ਾਰਾਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਕਿਸਾਨਾਂ ਨੂੰ ਰਾਸਤਾ ਖੋਲ੍ਹਣ ਵਾਸਤੇ ਅਪੀਲ ਕਰ ਰਹੀ ਸੀ। ਪਰ ਕਿਸਾਨ ਆਪਣੀ ਗੱਲ ਤੇ ਅੜੇ ਹੋਏ ਸੀ ਕਿ ਜਦੋਂ ਤੱਕ ਪਰਚੇ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਰੋਡ ਨਹੀਂ ਖੋਲਾਂਗੇ। ਇਸ ਦੀ ਕਾਲ ਜਦੋਂ ਐਸਐਸਪੀ ਸਾਹਿਬ ਮੋਹਾਲੀ ਨੂੰ ਗਈ ਹੈ ਜਾਂ ਫਿਰ ਚੰਡੀਗੜ੍ਹ ਐਸਐਸਪੀ ਸਾਹਿਬ ਨੂੰ ਗਈ ਹੈ, ਉਸ ਤੋਂ ਬਾਅਦ ਪ੍ਰਸ਼ਾਸਨ ਜਾਗਿਆ, ਭਰੋਸਾ ਨੇ ਦਵਾਇਆ ਕਿ ਜਿਹੜੇ ਕਿਸਾਨ ਰਿਹਾ ਕਰਨ ਵਾਸਤੇ ਨੇ ਉਹ ਰਿਹਾ ਕਰਾਂਗੇ, ਦੂਜੇ ਪਾਸੇ ਜਿਹੜੇ ਪਰਚੇ ਨੇ ਉਹ ਵੀ ਰੱਦ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਕਿਸਾਨ ਦੇ ਉੱਤੇ ਪਰਚਾ ਦਰਜ ਨਹੀਂ ਕੀਤਾ ਜਾਵੇਗਾ ਜੋ ਇਸ ਘਟਨਾ ਦੇ ਵਿੱਚ ਸ਼ਾਮਲ ਸੀ। ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿਹੜੇ ਵਹੀਕਲਾਂ ਨੂੰ ਜ਼ਬਤ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਦੱਸਿਆ ਕਿ ਕੋਈ ਵੀ ਜਿਹੜਾ ਵਹੀਕਲ ਹੈ ਉਹ ਜ਼ਬਤ ਨਹੀਂ ਕੀਤਾ ਜਾਵੇਗਾ। ਤਾਂ ਹੁਣ ਦੇਖਦੇ ਹਾਂ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਸ਼ਵਾਸ ਤੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਧਰਨਾ ਰੋਡ ਜਾਮ ਖੋਲ੍ਹਿਆ, ਤਾਂ ਪ੍ਰਸ਼ਾਸਨ ਕਿੰਨੀ ਕੁ ਜ਼ਿੰਮੇਵਾਰੀ ਦੇ ਨਾਲ ਕਿਸਾਨਾਂ ਦੇ ਨਾਲ ਖੜਦਾ ਹੈ। ਤੁਹਾਡੇ ਨਾਲ ਕੈਮਰਾਮੈਨ ਰੋਹਿਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼, ਨਿਊ ਚੰਡੀਗੜ੍ਹ।